ਫਿਰ ਦਿੱਲੀ ਦੀਆਂ ਬਰੂਹਾਂ ਤੇ ਨਵਾਂ ਪੰਜਾਬ ਵਸਾਤਾ ਜੀ। ਅਸੀਂ 25 ਨਵੰਬਰ ਤੋਂ ਆਪਣੇ ਘਰੋਂ ਚੱਲੇ ਸੀ ਔਰ 27 ਨਵੰਬਰ ਨੂੰ ਅਸੀਂ ਇੱਥੇ ਆਣ ਕੇ ਦਿੱਲੀ ਦੀ ਹਿੱਕ ਦੇ ਉੱਤੇ ਬਹਿ ਗਏ ਆਣ ਕੇ। ਔਰ ਜੋ ਵੀ ਸਾਡੇ 3 ਕਾਨੂੰਨ ਸਾਡੇ ਤੇ ਥੋਪੇ ਆ ਅਸੀਂ ਉਹਨਾਂ ਨੂੰ ਮੁਕੰਮਲ ਖਤਮ ਕਰਕੇ ਜਾਵਾਂਗੇ ਔਰ ਆਪਣੇ ਹੱਕ ਲੈ ਕੇ ਜਾਵਾਂਗੇ। ਹੁਣ ਆਪਣੇ ਹੱਕ ਲੈਣ ਲਈ ਸਾਨੂੰ ਆਪਣੇ ਰਹਿਣ ਬਸੇਰੇ ਤਾਂ ਬਣਾਉਣੇ ਪੈਣੇ ਆ ਔਰ ਜਿੱਦਾਂ ਦਾ ਅਸੀਂ ਰਹਿਣਾ ਸਹਿਣਾ ਪਿੰਡ ਰਹਿੰਦੇ ਆ ਉੱਦਾਂ ਦੇ ਅਸੀਂ ਆਪਣੇ ਆਪਣੇ ਪਿੰਡ ਔਰ ਆਪਣੇ ਘਰ ਬਣਾ ਲਏ ਆ। ਸਾਡੇ ਮਹਾਰਾਜ ਨੇ ਜੋ ਵੀ ਸਾਨੂੰ ਸਿਖਾਲਿਆ ਅਸੀਂ ਉਹਨਾਂ ਗੱਲਾਂ ਦੇ ਉੱਤੇ ਪੂਰਾ ਅਮਲ ਕਰਦੇ ਹਾਂ ਔਰ ਜੋ ਸਾਨੂੰ ਨਹੀਂ ਦੱਸਿਆ, ਜੋ ਅਸੀਂ ਸੁਣਦੇ ਹਾਂ, ਜੋ ਅਸੀਂ ਪੜ੍ਹਦੇ ਹਾਂ ਉਹਦੇ ਤੇ ਪਹਿਰਾ ਦਿੰਦੇ ਹਾਂ। ਕਿਸੇ ਨਾਲ ਨਜਾਇਜ਼ ਨਹੀਂ ਕਰਦੇ, ਨਾ ਕਿਸੇ ਦਾ ਧੱਕਾ ਸਹਿੰਦੇ ਹਾਂ ਤਾਂ ਨਾ ਧੱਕਾ ਕਿਸੇ ਤੇ ਕਰਦੇ ਹਾਂ। ਮੇਰਾ ਮੋਦੀ ਨੂੰ ਇੱਕ ਮੈਸੇਜ ਆ ਕਿ ਉਹ ਚਾਹੇ 22, 23, 24 ਜਿੱਦਾਂ ਮਰਜ਼ੀ ਉਹ ਕਰ ਲਵੇ, ਅਸੀਂ ਇਹ ਆਪਣੇ ਹੱਕ ਲੈ ਕੇ ਜਾਣੇ ਆ, ਉੱਦਾਂ ਵਾਪਸ ਨਹੀਂ ਜਾਣਾ। ਹਰ ਕਿਸੇ ਨਹੀਂ ਅਸੀਂ ਜਾਵਾਂਗੇ। ਮੋਦੀ ਸਾਡੇ ਨਾਲ ਜੋ ਵੀ ਮਰਜ਼ੀ ਕਰ ਲਵੇ। ਦੂਜਾ ਪ੍ਰਸ਼ਨ ਮੇਰਾ ਇਹ ਆ ਕਿ ਹਰੇਕ ਬੰਦਾ ਸਾਨੂੰ ਕਹਿੰਦਾ ਕਿ ਸਾਡੀ ਜਿੱਤ ਆ। ਉਹ ਯਾਰ ਜਿੱਤ ਤਾਂ ਸਾਡੀ ਅਸੀਂ ਕਦਮ ਕਦਮ ਤੇ ਜਿੱਤ ਲਿਆ। ਜੋ ਵੀ ਸਾਨੂੰ ਕਦੀ ਅੱਤਵਾਦੀ ਕਹਿੰਦੇ ਆ, ਕਦੀ ਕੁਛ ਕਹਿੰਦੇ ਆ, ਸਾਨੂੰ ਕੁਛ ਕਹਿੰਦੇ ਆ, ਪਰ ਜਿਸਲੇ ਸਾਡੇ ਕਿਸਾਨ ਦਿੱਲੀ ਨੂੰ ਜਾਂਦੇ ਆ ਇਹਦੇ 50 ਮੋਟਰਸਾਈਕਲ ਹੁੰਦੇ ਆ ਮੋਰੇ ਔਰ 20 ਜਿਪਸੀਆਂ ਹੁੰਦੀਆਂ, ਇਹ 30,000 ਫੋਰਸ ਲਾਈਓ ਆ। ਸਾਨੂੰ ਇੱਦਾਂ ਲਿਜਾਂਦੇ ਜਿੱਦਾਂ ਅਸੀਂ ਇਹਨਾਂ ਦੇ ਮਹਿਮਾਨ ਆਏ ਆ। ਅਸੀਂ ਟੌਰ ਨਾ ਜਾਂਦੇ ਆ ਔਰ ਆਪਣਾ ਸੰਸਦ ਅਸੀਂ ਆਪ ਲਾਉਨੇ ਆ। ਅਸੀਂ ਕਿਸੇ ਦੇ ਹਿੱਕ ਤੇ ਬੈਠ ਕੇ ਆਪਾਂ ਆਪਣਾ ਹੱਕ ਲੈਣਾ ਆ। ਕਿਸੇ ਦੀ ਨਜਾਇਜ਼ ਨਾ ਚੀਜ਼ ਲੈਣੀ ਆ ਤਾਂ ਨਾ ਸਾਨੂੰ ਚਾਹੀਦੇ। ਅਸੀਂ ਆਪਣਾ ਹੱਕ ਲੈ ਕੇ ਜਾਵਾਂਗੇ। ਅਸੀਂ ਪਹਿਲਾਂ ਕਹਿੰਦੇ ਸੀ ਕਿਸਾਨ ਅਨਪੜ੍ਹ ਆ, ਇਹਨਾਂ ਨੂੰ ਹੁਣ ਪਤਾ ਲੱਗ ਗਿਆ ਕਿਸਾਨ ਅਨਪੜ੍ਹ ਆ ਕਿ ਪੜ੍ਹੇ ਲਿਖੇ ਆ। ਗ੍ਰੈਜੂਏਸ਼ਨ ਹੈ ਸਾਡੇ ਬੱਚੇ ਆ। ਤੁਸੀਂ ਜੋ ਵੀ ਸਾਡਾ ਮਕਾਨ ਬਣਿਆ ਆ ਅਸੀਂ ਇੱਕ ਵੀ ਮਿਸਤਰੀ ਨਹੀਂ ਲਾਇਆ। ਦੇਖੋ ਹਰੇਕ ਚੀਜ਼ ਸਾਡੀ ਗੁਣੀਆਂ 'ਚ ਬਣੀ ਆ। ਜੋ ਇਲੈਕਟ੍ਰੀਸ਼ੀਅਨ ਹੈ ਕਿਤੇ ਵੀ ਤੁਹਾਨੂੰ ਨੰਗਾ ਤਾਰ ਨਹੀਂ ਦਿਸੇਗੀ, ਬਹਿਰ ਨਹੀਂ ਦਿਸੀ, ਪ੍ਰੋਪਰ ਅਸੀਂ ਫਿਟਿੰਗ ਕੀਤੀ ਉਹ ਆ। ਸਾਡੇ ਤਾਂ ਨਿਆਣਿਆਂ ਨੂੰ ਜਹਾਜ਼ਾਂ ਦੇ ਪੁਰਜੇ ਲਿਆ ਕੇ ਦੇ ਦੇਣ ਤਾਂ ਜਹਾਜ਼ ਬਣਾ ਦੇਣ। ਸੋ ਪ੍ਰਧਾਨ ਜੀ, ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਦੇ-ਕਦੇ ਕਿਸਾਨਾਂ ਬਾਰੇ ਸਾਹਮਣੇ ਆਉਂਦੀ ਹੈ ਕਿ ਮੀਨਾਕਸ਼ੀ ਲੇਖੀ ਭਾਜਪਾ ਦੀ ਰਾਜ ਮੰਤਰੀ ਹੈ, ਪਿਛਲੇ ਦਿਨੀ ਉਹਨਾਂ ਨੇ ਇੱਕ ਟਿੱਪਣੀ ਕਿਸਾਨਾਂ ਬਾਰੇ ਕੀਤੀ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਬੇਫਜ਼ੂਲ ਜਿਹੜੀ ਹੈ ਕਿਸਾਨ ਸੰਸਦ ਨੂੰ ਕਿਹਾ ਗਿਆ। ਇਸ ਬਿਆਨਬਾਜ਼ੀ ਬਾਰੇ ਤੁਸੀਂ ਜਿਹੜਾ ਉਹ ਕੀ ਕਹੋਗੇ? ਮੈਂ ਤਾਂ ਇਹ ਬੀਜੇਪੀ ਜਿਹੜੇ ਇਹਨਾਂ ਦੇ ਮੁੱਖ ਲੀਡਰ ਨਹੀਂ ਬਣਾਇਆ ਆ, ਮੈਂ ਤਾਂ ਇਹ ਕਹੂੰਗਾ ਇਹਨਾਂ ਦੇ ਦਿਮਾਗ ਦਾ ਇਲਾਜ ਕਰਾਉਣ ਸ਼ੁਰੂ ਕਰਨ। ਇਹਨਾਂ ਨੂੰ ਦਵਾਈ ਦਾਰੂ ਖਿਲਾਉਣ। ਇਹਨਾਂ ਦਾ ਜਿਹੜਾ ਦਿਮਾਗ ਆ ਉਹ ਖਰਾਬ ਹੋ ਚੁੱਕਾ ਆ। ਇਹਨਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਸੰਸਦ ਚੱਲਦਾ ਕਿ ਕਿਸਾਨਾਂ ਦਾ ਚੱਲਦਾ। ਇਹ ਮੋਰਚਾ ਚੱਲਦਾ ਹੈ ਨਾ ਬਾਬੇ ਨਾਨਕ ਦੀ ਕਿਰਪਾ ਨਾਲ ਚੱਲਦਾ ਆ। ਜੇ ਜਾਂ ਕੋਈ ਸਾਡਾ ਆਗੂ ਕਹਿ ਦੇਵੇ ਕਿ ਮੈਂ ਚਲਾਉਂਦਾ, ਮਨ ਦਾ ਭੁਲੇਖਾ ਆ। ਜੇ ਮੈਂ ਕਹਿ ਦੇਵਾਂ ਕਿ ਲੰਗਰ ਮੈਂ ਚਲਾਉਣਾ, ਮੇਰੇ ਮਨ ਦਾ ਬੜਾ ਤਗੜਾ ਭੁਲੇਖਾ ਆ। ਇਹ ਮੈਂ ਤੁਹਾਡੇ ਨਾਲ ਪਹਿਲਾਂ ਵੀ ਬੈਠ ਕੇ ਵੀ ਜ਼ਿਕਰ ਕੀਤਾ। ਬਾਬੇ ਨਾਨਕ ਦੀ ਕਿਰਪਾ ਆ, ਉਹਦੀ ਕਿਰਪਾ ਨਾਲ ਚੱਲਦਾ ਆ। ਬਾਕੀ ਰਹਿ ਗਏ ਯੂਥ ਦੀ ਗੱਲ। ਹੁਣ ਸੰਸਦ ਚੱਲਦਾ ਹੈ, ਉਹ ਯੂਥ ਚਲਾਉਂਦਾ। ਉੱਥੇ ਜਾ ਕੇ ਦੇਖੋ, ਜਾ ਕੇ ਤੁਸੀਂ ਉਹ ਚੇਅਰਾਂ ਤੇ ਕੌਣ ਬਹਿੰਦੇ ਆ, ਉਹ ਕਿੰਨੀ ਏਜ ਆ ਉਹਨਾਂ ਦੀ, ਕਿਹੜੇ ਸਵਾਲ ਕਰਦੇ ਆ, ਸਭ ਕੁਝ ਕਰਦੇ ਆ। ਉਹ ਯੂਥ ਹੀ ਕਰਦਾ। ਸਾਡੇ ਬਜ਼ੁਰਗ ਜੋ ਸੀਗਾ ਉਹ ਜੋਸ਼ ਆ ਯੂਥ ਦੇ ਵਿੱਚ ਔਰ ਹੋਸ਼ ਆ ਸਾਡੇ ਬਜ਼ੁਰਗਾਂ ਦੇ ਵਿੱਚ। ਬਿਲਕੁਲ ਤਾਲਮੇਲ ਨਾਲ ਸਾਡੀ ਗੱਡੀ ਚੱਲਦੀ ਆ। ਇਹਨਾਂ ਤਾਂ ਮੈਂ ਪਹਿਲਾਂ ਹੀ ਕਿਹਾ ਵੀ ਬੀਜੇਪੀ ਦਾ ਦਿਮਾਗ ਹਿੱਲ ਗਿਆ, ਇਹਨਾਂ ਨੂੰ ਇਲਾਜ ਕਰਾਉਣਾ ਚਾਹੀਦਾ। ਸਾਡੇ ਯੋਧੇ ਉਹ ਸਾਡੇ ਨਾਲ ਆ, ਸਾਡਾ ਯੂਥ ਸਾਡੇ ਨਾਲ ਆ। ਜਦੋਂ ਕਿਸਾਨਾਂ ਦੀ 11 ਗੇਟ ਦੀ ਗੱਲਬਾਤ ਹੋਈ ਸੀਗੀ ਕੇਂਦਰੀ ਮੰਤਰੀਆਂ ਦੇ ਨਾਲ, ਤਾਂ ਉਸ ਸਮੇਂ 2 ਮੰਗਾਂ ਜਿਹੜੀਆਂ ਮੰਨੀਆਂ ਸੀਗੀਆਂ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ। ਇੱਕ ਤਾਂ ਪਰਾਲੀ ਵਾਲਾ ਕਾਨੂੰਨ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਇੰਪਲੀਮੈਂਟੇਸ਼ਨ ਇਹਦੀ ਨਹੀਂ ਕਰਾਂਗੇ। ਦੂਜਾ ਬਿਜਲੀ ਸੋਧ ਬਿੱਲ ਜਿਹੜਾ 2021 ਲਿਆਉਣ ਦੀ ਗੱਲ ਕਰ ਰਹੀ ਸੀ ਕੇਂਦਰ ਸਰਕਾਰ, ਤਾਂ ਉਹ ਵੀ ਕੇਂਦਰੀ ਮੰਤਰੀਆਂ ਨੇ ਮੰਨਿਆ ਸੀ ਕਿ ਅਸੀਂ ਨਹੀਂ ਲਿਆਵਾਂਗੇ। ਪਰ ਇਸ ਸਮੇਂ ਜਿਹੜਾ ਲੋਕ ਸਭਾ ਦਾ ਬਿਜ਼ਨਸ ਹੈ, ਸੰਸਦ ਦਾ ਬਿਜ਼ਨਸ ਹੈ, ਉਹਦੇ ਵਿੱਚ ਬਿਜਲੀ ਸੋਧ ਬਿੱਲ ਜਿਹੜਾ ਉਹ ਪਾਇਆ ਗਿਆ। ਦੇਖੋ ਸਾਡੇ ਜੋ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਉਹ ਅਸੀਂ 3 ਕਾਨੂੰਨ ਲਈ ਕਰ ਰਹੇ ਹਾਂ ਜੋ ਸਾਨੂੰ ਬਿਨਾਂ ਮਤਲਬ ਦੇ ਸਾਡੇ ਥੋਪ ਦਿੱਤੇ ਗਏ ਆ। ਸਾਨੂੰ ਨਹੀਂ ਚਾਹੀਦੇ। ਜਿੱਦਣ ਅਸੀਂ ਇਹ ਜਿੱਤਾਂਗੇ ਦੁਬਾਰਾ ਫੇਰ ਆਣ ਕੇ ਬਹਿ ਜਾਵਾਂਗੇ, ਫੇਰ ਗੱਲ ਇਹਨਾਂ ਨਾਲ ਕਰਾਂਗੇ। ਹਜੇ ਸਾਡੇ ਜਿਹੜੇ 3 ਕਾਨੂੰਨ ਆ ਅਸੀਂ ਉਹਨਾਂ ਤੇ ਗੱਲ ਕਰਾਂਗੇ। ਕੋਈ ਬਿਜਲੀ ਵਾਲੇ ਤੇ ਕੋਈ ਪਰਾਲੀ ਵਾਲੇ ਤੇ ਉਹ ਸਾਨੂੰ ਫੁੱਲੀਆਂ ਪਾਉਂਦੇ, ਅਸੀਂ ਤਾਂ ਨਹੀਂ ਮੰਨਣ ਵਾਲੇ। ਜਿਹੜੇ ਸਾਡੇ 3 ਕਾਨੂੰਨ ਆ ਉਹ ਰੱਦ ਕਰਾਵਾਂਗੇ ਇਹਨਾਂ ਤੋਂ। ਉਹ ਬਾਕੀ ਫੇਰ ਇਹਨਾਂ ਨਾਲ ਲੜਾਂਗੇ ਅਸੀਂ। ਜੇ ਅਸੀਂ ਅੱਤਵਾਦੀ ਹਾਂ ਜਾਂ ਕੁਝ ਹੋਰ ਇਹਨਾਂ ਨੂੰ ਨਜ਼ਰ ਆਉਂਦਾ ਵੀ ਸਾਨੂੰ ਇੰਨੀ ਵੱਡੀ ਸਿਕਿਉਰਿਟੀ ਕਿਉਂ ਦਿੰਦੇ ਆ। 30,000 ਬੰਦਾ ਨਹੀਂ ਆਪਣੀ ਸਿਕਿਉਰਿਟੀ ਦਾ ਲਾ ਆ। ਸਾਨੂੰ ਜੇ ਕਿਸਾਨ ਹੀ ਨਹੀਂ ਮੰਨਦੇ ਤਾਂ ਦੂਜੇ ਪਾਸੇ ਸਾਨੂੰ ਸਭ ਕੁਝ ਦੇ ਕੇ ਸਾਨੂੰ ਅੰਦਰ ਸੰਸਦ ਸਾਡਾ ਲਾਉਂਦੇ ਆ।
ਤਾਂ ਇਹਨਾਂ ਦਾ ਦਿਮਾਗ, ਮੈਂ ਤਾਂ ਫੇਰ ਉਹੀ ਗੱਲ ਆ ਗਈ ਵੀ ਇਹਨਾਂ ਨੂੰ ਆਪਣੇ ਦਿਮਾਗ ਦੇ ਆਪ ਇਲਾਜ ਕਰਾਉਣਾ ਚਾਹੀਦਾ ਆ। ਕਿਸਾਨੀ ਸੰਘਰਸ਼ 8 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਹੈ ਅਤੇ ਹਾਲੇ ਹੋਰ ਵੀ ਇਹ ਸੰਘਰਸ਼ ਲੰਮਾ ਚੱਲਣਾ ਹੈ ਤੇ ਇਸ ਕਰਕੇ ਕਿਸਾਨਾਂ ਵੱਲੋਂ ਪ੍ਰਬੰਧ ਵੀ ਉਸ ਢੰਗ ਦੇ ਨਾਲ ਕੀਤੇ ਗਏ ਨੇ। ਪੱਕੇ ਘਰ ਬਣਾਏ ਗਏ ਨੇ, ਨਾਲੋਂ ਨਾਲ ਗਰਮੀ ਦੇ ਚੱਲਦਿਆਂ ਏਸੀ ਦਾ ਪ੍ਰਬੰਧ ਵੀ ਜਿਹੜਾ ਕੀਤਾ ਗਿਆ। ਸੋ ਕਿਸਾਨ ਤਾਂ ਲੰਮੀ ਲੜਾਈ ਬਣਨ ਦਾ ਮੂਡ ਜਿਹੜਾ ਹੈ ਲੜਨ ਦਾ ਬਣਾ ਚੁੱਕੇ ਨੇ, ਕਿਉਂਕਿ ਕਿਸਾਨ ਸਾਫ਼ ਕਰ ਚੁੱਕੇ ਨੇ ਕਿ 2024 ਤੱਕ ਵੀ ਲੜਨਾ ਪਿਆ ਤਾਂ ਲੜਾਈ ਆਪਣੀ ਜਾਰੀ ਰੱਖਣਗੇ। ਤੇ ਨਾਲੋਂ ਨਾਲ ਇਹ ਵੀ ਕਿਸਾਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਜੇ 3 ਕਾਨੂੰਨ ਨਾ ਰੱਦ ਹੋਏ ਤਾਂ ਕਾਨੂੰਨ ਬਣਾਉਣ ਵਾਲਿਆਂ ਨੂੰ ਜਿਹੜਾ ਉਹ ਬਦਲ ਦਿੱਤਾ ਜਾਊਗਾ। ਕਿਸਾਨਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ, ਪਰ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ, ਉਹਨਾਂ ਦੇ ਕੀਤੇ ਪ੍ਰਬੰਧ ਦਿਖਾਉਣ ਤੋਂ ਪਹਿਲਾਂ ਕਿ ਕਿਸ ਤਰ੍ਹਾਂ ਦੇ ਰਹਿਣ ਬਸੇਰੇ ਕਿਸਾਨਾਂ ਵੱਲੋਂ ਇੱਥੇ ਬਣਾਏ ਗਏ ਨੇ, ਪਹਿਲਾਂ ਪ੍ਰਸ਼ਾਸਨ ਦੀ ਗੱਲ ਜਿਹੜੀ ਉਹ ਲਾਜ਼ਮੀ ਤੌਰ ਤੇ ਕਰ ਲਈ ਜਾਵੇ। ਸੋ ਤੁਸੀਂ ਦੇਖੋ ਕਿ ਬੇਸ਼ੱਕ ਕਿਸਾਨਾਂ ਦੇ ਪ੍ਰਬੰਧ ਤਾਂ ਜਿਹੜੇ ਉਹ ਮੁਕੰਮਲ ਨੇ, ਪਰ ਨਾਲੋਂ ਨਾਲ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜਾਂ ਸਾਫ਼ ਸਫਾਈ ਦਾ ਪ੍ਰਬੰਧ ਜਿਹੜਾ ਉਹ ਨਹੀਂ ਕੀਤਾ ਗਿਆ, ਜਿਹਦੀ ਕਿ ਬਕਾਇਦਾ ਤੌਰ ਤੇ ਤਸਵੀਰ ਜਿਹੜੀ ਉਹ ਸਾਹਮਣੇ ਦਿਖਾਈ ਦੇ ਰਹੀ ਹੈ ਕਿ ਕਿਸ ਤਰ੍ਹਾਂ ਇਹ ਪਾਣੀ ਜਿਹੜਾ ਉਹ ਖੜਾ ਗਾ, ਜਿਹਦੇ 'ਚ ਪਲਾਸਟਿਕ ਦੀ ਮਾਤਰਾ ਵੀ ਵੱਡੀ ਗਿਣਤੀ ਦੇ ਵਿੱਚ ਹੈ। ਤਾਂ ਸਫਾਈ ਦੇ ਪ੍ਰਬੰਧ ਜਿਹੜੇ ਉਹ ਨਗੂਣੇ ਨੇ। ਦੇ ਸਾਹਮਣੇ ਕਿਸਾਨਾਂ ਵੱਲੋਂ ਆਪਣੇ ਟਾਇਲਟ ਵਾਸ਼ਰੂਮਸ ਜਿਹੜੇ ਨੇ ਉਹ ਬਣਾਏ ਗਏ ਨੇ। ਇਸ ਤੋਂ ਇਲਾਵਾ ਪਾਣੀ ਦੀ ਟੈਂਕੀ ਦਾ ਪ੍ਰਬੰਧ ਜਿਹੜਾ ਉਹ ਬਕਾਇਦਾ ਤੌਰ ਤੇ ਕੀਤਾ ਗਿਆ। ਇਸ ਤੋਂ ਇਲਾਵਾ ਜੇ ਗੱਲ ਕਰੀਏ ਕਿਸਾਨਾਂ ਦੇ ਪ੍ਰਬੰਧਾਂ ਦੀ ਤਾਂ ਕਿਸਾਨ ਹਵੇਲੀ ਜਿਹੜੀ ਉਹ ਬਣਾਈ ਗਈ ਹੈ। ਇੱਧਰ ਕਿਸਾਨ ਹਵੇਲੀ ਬਣਾਈ ਗਈ ਹੈ, ਨਾਲੋਂ ਨਾਲ ਇੱਧਰ ਦੇਖੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਿੰਡ ਦਾਦੂਵਾਲ ਜਲੰਧਰ, ਕਿ ਪਿੰਡਾਂ ਦੇ ਨਾਮ ਲਿਖ ਕੇ ਜਿਹੜੇ ਕਿਸਾਨਾਂ ਨੇ ਉਸੇ ਤਰ੍ਹਾਂ ਦਿੱਲੀ ਦੇ ਵਿੱਚ ਇੱਕ ਨਵਾਂ ਪੰਜਾਬ ਜਿਹੜਾ ਉਹ ਵਸਾ ਲਿਆ ਹੈਗਾ, ਜਿਸ ਤੋਂ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਕਿਸਾਨ ਜਿਹੜੇ ਨੇ ਉਹ 2024 ਤੱਕ ਇਹ ਲੜਾਈ ਲੜਨ ਦੇ ਲਈ ਤਿਆਰ ਨੇ। ਸੋ ਅੱਗੇ ਕਿਸਾਨਾਂ ਨੇ ਕਿਹੋ ਜਿਹੇ ਪ੍ਰਬੰਧ ਕੀਤੇ ਨੇ ਉਹ ਤੁਹਾਨੂੰ ਦਿਖਾਵਾਂਗੇ, ਨਾਲੋਂ ਨਾਲ ਜਿਹੜੀ ਗੱਲਬਾਤ ਵੀ ਆਪਾਂ ਲਾਜ਼ਮੀ ਤੌਰ ਤੇ ਕਰ ਲੈਂਦੇ ਆ। ਫਿਰ ਦਿੱਲੀ ਦੀਆਂ ਬਰੂਹਾਂ ਤੇ ਨਵਾਂ ਪੰਜਾਬ ਵਸਾਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤੀ ਕਿਸਾਨ ਯੂਨੀਅਨ ਦੁਆਬਾ ਮੀਤ ਪ੍ਰਧਾਨ ਸਰਦਾਰ ਗੁਰਮੁਖ ਸਿੰਘ। ਅਸੀਂ 25 ਨਵੰਬਰ ਤੋਂ ਆਪਣੇ ਘਰੋਂ ਚੱਲੇ ਸੀ ਔਰ 27 ਨਵੰਬਰ ਨੂੰ ਅਸੀਂ ਇੱਥੇ ਆਣ ਕੇ ਦਿੱਲੀ ਦੀ ਹਿੱਕ ਦੇ ਉੱਤੇ ਬਹਿ ਗਏ ਆਣ ਕੇ। ਔਰ ਜੋ ਵੀ ਸਾਡੇ 3 ਕਾਨੂੰਨ ਸਾਡੇ ਤੇ ਥੋਪੇ ਆ, ਅਸੀਂ ਉਹਨਾਂ ਨੂੰ ਮੁਕੰਮਲ ਖਤਮ ਕਰਕੇ ਜਾਵਾਂਗੇ ਔਰ ਆਪਣੇ ਹੱਕ ਲੈ ਕੇ ਜਾਵਾਂਗੇ। ਹੁਣ ਆਪਣੇ ਹੱਕ ਲੈਣ ਲਈ ਸਾਨੂੰ ਆਪਣੇ ਰਹਿਣ ਬਸੇਰੇ ਤਾਂ ਬਣਾਉਣੇ ਪੈਣੇ ਆ, ਔਰ ਜਿੱਦਾਂ ਦਾ ਅਸੀਂ ਰਹਿਣਾ ਸਹਿਣਾ ਪਿੰਡ ਰਹਿੰਦੇ ਆ, ਉੱਦਾਂ ਦੇ ਅਸੀਂ ਆਪਣੇ ਆਪਣੇ ਪਿੰਡ ਔਰ ਆਪਣੇ ਘਰ ਬਣਾ ਲਏ ਆ। ਔਰ ਬਾਕੀ ਤੁਸੀਂ ਦਿਖਾ ਦਿੱਤਾ ਹੈ ਕਿ ਬਾਥਰੂਮ ਉਹ ਅਸੀਂ ਆਪਣੇ ਬਣਾ ਲਏ ਸੀਗੇ ਤਕਰੀਬਨ ਨਵੰਬਰ ਮਹੀਨੇ ਦੇ ਵਿੱਚ ਅਸੀਂ ਪੂਰੇ ਕੰਪਲੀਟ ਕਰ ਲਏ। ਸਾਨੂੰ ਗਾਹਾਂ ਵੀ ਤੁਸੀਂ ਦੇਖੋ ਸਾਡੀਆਂ ਕਿੱਦਾਂ ਟਰਾਲੀਆਂ 'ਚ ਏਸੀ ਲੱਗੇ, ਉਹ ਕਿੱਥੇ ਅਸੀਂ ਲੰਗਰ ਆਪਣਾ ਛਕਦੇ ਆ, ਕਿੱਥੇ ਲੰਗਰ ਅਸੀਂ ਆਪਣਾ ਬਣਾਉਂਦੇ ਆ। ਨਹਾਉਣ ਲਈ ਸਾਡੇ ਕੋਲ ਟੈਂਕੀਆਂ ਆ। ਅੱਗੇ ਅੱਗੇ ਚਲੋ, ਅੱਗੇ ਅੱਗੇ ਤੁਹਾਨੂੰ ਸਭ ਕੁਝ ਨਜ਼ਰ ਆਈ ਜਾਣਾ। ਸੋ ਦੇਖੋ ਅੱਗੇ ਅੱਗੇ ਦੇਖਦੇ ਹਾਂ ਕਿ ਇਹ ਟਰਾਲੀ ਜਿਹੜੀ ਹੈ ਇਹ ਕਿਸਾਨਾਂ ਵੱਲੋਂ ਤਿਆਰ ਕੀਤੀ ਗਈ ਹੈ। ਟਰਾਲੀ ਦੇ ਵਿੱਚ ਦੇਖੋ ਕਿ ਗਰਮੀ ਦੇ ਚੱਲਦਿਆਂ ਏਸੀ ਦਾ ਪ੍ਰਬੰਧ ਵੀ ਜਿਹੜਾ ਕੀਤਾ ਗਿਆ ਹੈਗਾ। ਇਸ ਤੋਂ ਇਲਾਵਾ ਜੇ ਅੱਗੇ ਆਪਾਂ ਦੇਖੀਏ ਕਿ ਟਰਾਲੀ ਦੇ ਵਿੱਚ ਲਾਜ਼ਮੀ ਤੌਰ ਤੇ ਪ੍ਰਬੰਧ ਜਿਹੜੇ ਉਸ ਢੰਗ ਦੇ ਨਾਲ ਕੀਤੇ ਗਏ ਨੇ ਕਿ ਆਰਾਮ ਦੇ ਨਾਲ ਜਿਹੜੇ ਉਹ ਕਿਸਾਨ ਰਹਿ ਸਕਣ। ਸੋ ਰਾਤ ਦੇ ਸਮੇਂ ਇੱਥੇ ਲਾਜ਼ਮੀ ਤੌਰ ਤੇ ਕਿਸਾਨਾਂ ਵੱਲੋਂ ਜਿਹੜਾ ਰੈਸਟ ਹੈ ਉਹ ਕੀਤਾ ਜਾਂਦਾ ਹੈਗਾ। ਇਸ ਤੋਂ ਇਲਾਵਾ ਖਾਣੇ ਦਾ ਪ੍ਰਬੰਧ ਕੀ ਪੱਕੀਆਂ ਜਿਹੜੀਆਂ ਰਸੋਈਆਂ ਨੇ ਉਹ ਵੀ ਕਿਸਾਨਾਂ ਵੱਲੋਂ ਬਣਾ ਲਈਆਂ ਗਈਆਂ ਨੇ, ਤੇ ਕਿਸਾਨ ਜਿਹੜੇ ਨੇ ਉਹ ਕਿਸ ਤਰ੍ਹਾਂ ਬੈਠ ਕੇ ਖਾਣਾ ਖਾਂਦੇ ਨੇ ਉਹ ਜਗ੍ਹਾ ਵੀ ਤੁਹਾਨੂੰ ਲਾਜ਼ਮੀ ਤੌਰ ਤੇ ਦਿਖਾਵਾਂਗੇ। ਦੇਖੋ ਕਿ ਸਾਰੀਆਂ ਟਰਾਲੀਆਂ ਦੇ ਵਿੱਚ ਏਸੀ ਜਿਹੜੇ ਨੇ ਉਹ ਲਗਾਏ ਗਏ ਨੇ, ਪ੍ਰੋਪਰ ਪ੍ਰਬੰਧ ਜਿਹੜੇ ਉਹ ਕੀਤੇ ਗਏ ਨੇ। ਸੋ ਦੇਖੋ ਕਿ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ ਇਹ ਕੈਂਪ ਹੈਗਾ। ਇਹ ਉਹ ਜਗ੍ਹਾ ਗੀ ਜਿੱਥੇ ਕਿਸਾਨ ਜਿਹੜੇ ਨੇ ਉਹ ਬੈਠ ਕੇ ਆਪਣਾ ਖਾਣਾ ਖਾਂਦੇ ਨੇ। ਇੱਥੇ ਬਕਾਇਦਾ ਤੌਰ ਤੇ ਜਿਹੜਾ ਕਿਸਾਨਾਂ ਵੱਲੋਂ ਪੱਕਾ ਸ਼ੈੱਡ ਜਿਹੜਾ ਉਹ ਬਣਾਇਆ ਗਿਆ ਹੈਗਾ, ਪਾਇਆ ਗਿਆ ਹੈਗਾ। ਪੱਖਿਆਂ ਦੇ ਪ੍ਰਬੰਧ ਵੀ ਜਿਹੜੇ ਉਹ ਕੀਤੇ ਗਏ ਨੇ, LCD ਦਾ ਪ੍ਰਬੰਧ ਵੀ ਕੀਤਾ ਗਿਆ, ਕਿਉਂਕਿ ਕਿਸਾਨਾਂ ਨੂੰ ਪਤਾ ਹੈ ਕਿ ਲੜਾਈ ਜਿਹੜੀ ਹੈ ਉਹ ਉਹਨਾਂ ਦੀ ਲੰਬੀ ਲੜਾਈ ਹੈ, ਤੇ ਜਦੋਂ ਲੰਬੀ ਲੜਾਈ ਜਿਹੜੀ ਚੱਲਣੀ ਹੈ ਤਾਂ ਉਸ ਹਿਸਾਬ ਦੇ ਪ੍ਰਬੰਧ ਵੀ ਕਿਸਾਨਾਂ ਵੱਲੋਂ ਸਮੇਂ-ਸਮੇਂ ਤੇ ਜਿਹੜੇ ਉਹ ਕੀਤੇ ਗਏ ਨੇ। ਕਿ ਡਾਈਨਿੰਗ ਦਾ ਪ੍ਰੋਪਰ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਕਿ ਜਿਹੜੇ ਕਿਸਾਨ ਆਪਣੇ ਘਰ-ਬਾਰ ਛੱਡ ਕੇ ਘਰਾਂ ਤੋਂ ਦੂਰ ਦਿੱਲੀ ਦੀਆਂ ਬਰੂਹਾਂ ਤੇ ਆ ਕੇ 3 ਖੇਤੀ ਕਾਨੂੰਨਾਂ ਦੇ ਵਿਰੁੱਧ ਲੜਾਈ ਲੜ ਰਹੇ ਨੇ, ਤੇ ਜਦੋਂ ਲੜਾਈ ਲੰਮੀ ਹੈ ਤਾਂ ਬਿਲਕੁਲ ਜਿਸ ਢੰਗ ਦੇ ਨਾਲ ਉਹ ਪੰਜਾਬ ਦੇ ਵਿੱਚ ਰਹਿੰਦੇ ਨੇ ਉਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਉਹ ਕੀਤੇ ਗਏ ਨੇ। ਇਹ ਮਿਸ ਦਾ ਪ੍ਰਬੰਧ ਜੀ ਕਦੋਂ ਕੀਤਾ ਸੀ ਇਹਦੇ ਬਾਰੇ? ਇਹ ਅਸੀਂ ਤਕਰੀਬਨ ਦਸੰਬਰ ਮਹੀਨੇ ਦੇ ਵਿੱਚ ਸਭ ਤੋਂ ਪਹਿਲਾਂ ਟੋਲਟਾਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਅਸੀਂ ਬਣਾਈਆਂ, ਔਰ ਜਿਹੜਾ ਇਹ ਸ਼ੈੱਡ ਛੱਟਿਆ ਇਹ ਸਭ ਤੋਂ ਪਹਿਲਾਂ ਅਸੀਂ ਆਪਣਾ ਸ਼ੈੱਡ ਇਹ ਕੰਪਲੀਟ ਕੀਤਾ ਸੀਗਾ।
ਜਦੋਂ ਪੱਕੀ ਕੰਸਟਰਕਸ਼ਨ ਸ਼ੁਰੂ ਕੀਤੀ ਪ੍ਰਸ਼ਾਸਨ ਨੇ ਕੋਈ ਮਾੜੀ ਮੋਟੀ ਗੱਲਬਾਤ ਜਾਂ ਕੁਝ? ਦੇਖੋ, ਪ੍ਰਸ਼ਾਸਨ ਨੇ ਜਦੋਂ ਅਸੀਂ ਆਪਣੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ, ਜਦ ਅਸੀਂ ਇਹ ਆਪਣੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ, ਔਰ ਮੇਰਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਰਾਏ ਉਹ ਬੰਗਾਲ ਦੇ ਵਿੱਚ ਗਏ ਹੋ ਸੀਗੇ, ਇੱਥੇ ਮੌਜੂਦ ਮੈਂ ਸੀਗਾ, ਔਰ ਉਹਨੇ ਮੈਨੂੰ ਆਣ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦਾ ਜੋ ਗੱਲ ਕਰਨ ਦਾ ਲਹਿਜਾ ਸੀਗਾ ਉਹ ਥੋੜਾ ਵਤੀਰਾ ਠੀਕ ਨਹੀਂ ਸੀਗਾ। ਸਾਡੇ ਮਹਾਰਾਜ ਨੇ ਜੋ ਵੀ ਸਾਨੂੰ ਸਿਖਾਲਿਆ, ਅਸੀਂ ਉਹਨਾਂ ਗੱਲਾਂ ਦੇ ਉੱਤੇ ਪੂਰਾ ਅਮਲ ਕਰਦੇ ਹਾਂ, ਔਰ ਜੋ ਸਾਨੂੰ ਨਹੀਂ ਦੱਸਿਆ, ਜੋ ਅਸੀਂ ਸੁਣਦੇ ਹਾਂ, ਜੋ ਅਸੀਂ ਪੜ੍ਹਦੇ ਹਾਂ, ਉਹਦੇ ਤੇ ਪਹਿਰਾ ਦਿੰਦੇ ਹਾਂ। ਕਿਸੇ ਨਾਲ ਨਜਾਇਜ਼ ਨਹੀਂ ਕਰਦੇ, ਨਾ ਕਿਸੇ ਦਾ ਧੱਕਾ ਸਹਿੰਦੇ ਹਾਂ ਤਾਂ ਨਾ ਧੱਕਾ ਕਿਸੇ ਤੇ ਕਰਦੇ ਹਾਂ। ਸੋ ਬਕਾਇਦਾ ਤੌਰ ਤੇ ਪ੍ਰਸ਼ਾਸਨ ਵੱਲੋਂ ਇੱਕ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਬਾਅਦ ਦੇ ਵਿੱਚ ਕਿਸਾਨੀ ਅੰਦੋਲਨ ਦਾ ਜੋ ਜੋਸ਼ ਹੈ ਉਹਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਜਿਹੜਾ ਹੈਗਾ ਇਹ ਘਰ ਬਣਾਉਣ ਦੀ ਪ੍ਰਵਾਨਗੀ ਲਾਜ਼ਮੀ ਤੌਰ ਤੇ ਕਿਸਾਨਾਂ ਨੂੰ ਦਿੱਤੀ। ਤਾਂ ਇਹ ਕਿਸਾਨਾਂ ਦੀ ਕਿਚਨ ਆਪਾਂ ਦੇਖਦੇ ਹਾਂ ਕਿ ਦਾਲ ਪਾਣੀ ਆਟਾ ਪਾਣੀ ਦਾ ਪ੍ਰਬੰਧ ਜਿਹੜਾ ਹੈ ਬਕਾਇਦਾ ਤੌਰ ਤੇ ਇੱਥੇ ਕੀਤਾ ਗਿਆ, ਕਿਉਂਕਿ ਲੜਾਈ ਲੰਮੀ ਹੈ, ਕਿਸਾਨ ਇੱਥੇ ਡਟੇ ਹੋਏ ਨੇ, ਤਾਂ ਲਾਜ਼ਮੀ ਤੌਰ ਤੇ ਰਾਸ਼ਨ ਦਾ ਪ੍ਰਬੰਧ ਵੀ ਜਿਹੜਾ ਉਸ ਢੰਗ ਦੇ ਨਾਲ ਚਾਹੀਦਾ ਤੇ ਰਾਤ ਦੀ ਰੋਟੀ ਵੀ ਜਿਹੜੀ ਹੈ ਦਾਲ ਸਬਜ਼ੀ ਦਾ ਪ੍ਰਬੰਧ ਜਿਹੜਾ ਉਹ ਚੱਲ ਰਿਹਾ ਹੈਗਾ। ਇਸ ਤੋਂ ਇਲਾਵਾ ਜੋ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਵੀ ਹੈ, ਕਿਉਂਕਿ ਜਿੱਥੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਉੱਥੇ ਖਿੱਚ ਦਾ ਕੇਂਦਰ ਵੀ ਹੈ ਪੱਕਾ ਘਰ, ਜੋ ਕਿ ਭਾਰਤੀ ਕਿਸਾਨ ਯੂਨੀਅਨ ਦਬਾਬਾ ਵੱਲੋਂ ਬਣਾਇਆ ਗਿਆ। ਮਨਜੀਤ ਸਿੰਘ ਰਾਏ ਇਸ ਯੂਨੀਅਨ ਦੇ ਪ੍ਰਧਾਨ ਨੇ, ਸਤਨਾਮ ਸਿੰਘ ਸਾਨੀ ਸਕੱਤਰ ਜਨਰਲ ਨੇ, ਸਰਦਾਰ ਗੁਰਮੁਖ ਸਿੰਘ ਜਿਹੜੇ ਕਿ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ ਉਹ ਦੱਸ ਰਹੇ ਨੇ, ਉਹ ਮੀਤ ਪ੍ਰਧਾਨ ਨੇ। ਸੋ ਆਪਾਂ ਪੱਕੇ ਘਰ ਦੇ ਵਿੱਚ ਕਮਰੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਨੇ ਇੱਥੇ ਜੋ ਕਿਸਾਨਾਂ ਦਾ ਅੰਦੋਲਨ ਜਿਹੜਾ ਉਹ ਚੱਲ ਰਿਹਾ ਹੈਗਾ। ਤੇ ਦੇਖੋ ਕਿ ਕਿਸਾਨਾਂ ਵੱਲੋਂ ਬਕਾਇਦਾ ਤੌਰ ਤੇ ਪ੍ਰਬੰਧ ਜਿਹੜੇ ਇੱਥੇ ਮੁਕੰਮਲ ਕੀਤੇ ਗਏ ਨੇ, ਕਿਉਂਕਿ ਅੰਦੋਲਨ 2024 ਤੱਕ ਚੱਲਣਾਗਾ। ਕਿਸਾਨ ਕਹਿ ਰਹੇ ਨੇ ਕਿ ਜੇ ਉਦੋਂ ਤੱਕ ਵੀ ਲੜਨਾ ਪਿਆ ਤਾਂ ਲੜਾਂਗੇ, ਜੇ ਉਸ ਤੋਂ ਪਹਿਲਾਂ ਕਾਨੂੰਨ ਰੱਦ ਹੋ ਗਏ ਤਾਂ ਅੰਦੋਲਨ ਜਿਹੜਾ ਉਦੋਂ ਹੀ ਖਤਮ ਹੋਊਗਾ ਜਦੋਂ ਕਾਨੂੰਨ ਜਿਹੜੇ ਉਹ ਰੱਦ ਹੋਣਗੇ। ਸੋ ਆਪਾਂ ਦੇਖਦੇ ਹਾਂ ਕਿ ਕਿਸਾਨ ਜਿਹੜੇ ਇੱਥੇ ਬੈਠੇ ਹੋਏ ਨੇ ਕਿ ਆਰਾਮ ਉਹ ਕਰ ਸਕਣ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਤੇ ਨਾਲੋਂ ਨਾਲ CCTV ਕੈਮਰੇ ਵੀ ਜਿਹੜੇ ਲਗਾਏ ਗਏ ਨੇ, ਕਿਉਂਕਿ ਇੱਕ ਟਰਾਲੀ ਚੋਰੀ ਦੀ ਘਟਨਾ ਸੋਸ਼ਲ ਮੀਡੀਆ ਤੇ ਸਭ ਨੇ ਦੇਖੀ ਹੋਣੀ, ਉਹ ਸਾਹਮਣੇ ਆਈ ਸੀ। ਤਾਂ ਉਹਦੇ ਬਾਅਦ ਭਾਰਤੀ ਕਿਸਾਨ ਯੂਨੀਅਨ ਦਬਾਬਾ ਵੱਲੋਂ ਬਕਾਇਦਾ ਤੌਰ ਤੇ CCTV ਕੈਮਰੇ ਵੀ ਇੱਥੇ ਲਗਾਏ ਗਏ ਨੇ, ਤੇ ਲਾਈਟ ਦਾ ਕੱਟ ਜਦੋਂ ਲੱਗਦਾ ਹੈਗਾ ਉਸ ਸਮੇਂ ਵੀ ਕਿਸਾਨਾਂ ਨੂੰ ਪਰੇਸ਼ਾਨੀ ਨਾ ਹੋਵੇ ਤੇ ਉਹਦੇ ਲਈ ਇਨਵਰਟਰ ਦੇ ਪ੍ਰਬੰਧ ਵੀ ਜਿਹੜੇ ਕੀਤੇ ਹੋਏ ਨੇ। ਤਾਂ ਇੱਥੋਂ ਸਾਫ਼ ਜ਼ਾਹਿਰ ਹੈ ਕਿ ਕਿਸਾਨਾਂ ਵੱਲੋਂ ਜਿਹੜਾ ਲੰਮੀ ਲੜਾਈ ਲੜਨ ਦੇ ਲਈ ਪ੍ਰਬੰਧ ਉਸ ਢੰਗ ਦੇ ਨਾਲ ਲਾਜ਼ਮੀ ਤੌਰ ਤੇ ਜਿਹੜੇ ਉਹ ਕਰ ਲਏ ਗਏ ਨੇ। ਸੋ ਆਪਾਂ ਦੇਖ ਲੈਂਦੇ ਹਾਂ ਕਿ ਭਾਰਤੀ ਕਿਸਾਨ ਯੂਨੀਅਨ ਦਬਾਬਾ ਦੇ ਜਿਹੜੇ ਕਿਸਾਨ ਇੱਥੇ ਲੜਾਈ ਲੜਨ ਦੇ ਲਈ ਆਏ ਨੇ ਉਹ ਲਾਜ਼ਮੀ ਤੌਰ ਤੇ ਇੱਥੇ ਬੈਠੇ ਹੋਏ ਨੇ, ਉਹ ਡਟੇ ਹੋਏ ਨੇ। ਸੋ ਕੀ ਕਹਿਣਾ ਚਾਹੋਗੇ ਇਹਨਾਂ ਪ੍ਰਬੰਧਾਂ ਬਾਰੇ? ਦੇਖੋ, ਜਿਸ ਦਿਨ ਅਸੀਂ 27 ਨਵੰਬਰ ਨੂੰ ਅਸੀਂ ਇੱਥੇ ਪਹੁੰਚੇ ਸੀਗੇ, ਉਦੋਂ ਠੰਡ ਦਾ ਮੌਸਮ ਸੀਗਾ, ਔਰ ਅਸੀਂ ਉਹ ਆਪਣਾ ਸਮਾਂ ਕੱਢਿਆ ਰਜਾਈ ਦਾ ਨਿੱਘ ਮਾਣ ਕੇ ਟਰਾਲੀਆਂ 'ਚ ਰਹਿ ਕੇ। ਜਿੱਦਾਂ ਜਿੱਦਾਂ ਸਮਾਂ ਬਦਲਦਾ ਗਿਆ ਉੱਦਾਂ ਤਾਂ ਅਸੀਂ ਆਪਣੇ ਰਹਿਣ ਬਸੇਰੇ ਵੀ ਬਦਲਦੇ ਗਏ, ਔਰ ਅਸੀਂ ਆਪਣੇ ਰਹਿਣ ਬਸੇਰੇ ਪੱਕੇ ਬਣਾ ਲਏ, ਔਰ ਸਾਡੇ ਰਹਿਣ ਬਸੇਰੇ ਅਸੀਂ ਪੱਕੇ ਬਣਾ ਲਏ ਰਹਿਣ ਲਈ। ਗਰਮੀ 'ਚ ਅਸੀਂ ਨਹੀਂ ਰਹਿ ਸਕਦੇ, ਜਿੰਨੇ ਵੀ ਸਾਡੇ ਮੇਰੇ ਬੜੇ ਭਰਾ ਆਇਓ ਆ, ਅਸੀਂ ਗਰਮੀ 'ਚ ਨਹੀਂ ਰਹਿ ਸਕਦੇ। ਅਸੀਂ 3 ਕਮਰੇ ਬਣਾਏ ਆ, ਔਰ 3 ਕਮਰਿਆਂ ਦੇ ਵਿੱਚ 4-4 ਪੱਖੇ ਔਰ ਇੱਕ AC ਕੰਪਲੀਟ ਆ। ਰਹਿਣ ਦੀ ਸਾਨੂੰ ਕੋਈ ਤੰਗੀ ਨਹੀਂ, ਔਰ ਸਾਡੇ ਬੱਚੇ ਬਾਹਰ ਆ, ਸਾਡੇ ਭਰਾ ਬਾਹਰ ਆ, ਭੈਣਾਂ ਬਾਹਰ ਆ, ਸਾਡੇ ਜਿੰਨੇ ਵੀ ਸੱਜਣ ਬੇਲੀ ਆ ਉਹਨਾਂ ਦੀ ਸਾਰੀ ਫੈਮਲੀਆਂ ਬਾਹਰ ਆ, ਔਰ ਵਧੀਆ ਢੰਗ ਨਾਲ ਹੀ ਰਹਿਣਾ ਚਾਹੁੰਦੇ, ਵਧੀਆ ਢੰਗ ਨਾਲ ਰਹਿੰਦੇ ਆ। ਦੂਜੀ ਗੱਲ, ਮੇਰਾ ਮੋਦੀ ਨੂੰ ਇੱਕ ਮੈਸੇਜ ਆ ਕਿ ਉਹ ਚਾਹੇ 22, 23, 24 ਜਿੱਦਾਂ ਮਰਜ਼ੀ ਉਹ ਕਰ ਲਵੇ, ਅਸੀਂ ਇਹ ਆਪਣੇ ਹੱਕ ਲੈ ਕੇ ਜਾਣੇ ਆ, ਉੱਦਾਂ ਵਾਪਸ ਨਹੀਂ ਜਾਣਾ। ਹਰ ਕਿਸੇ ਨੇ ਅਸੀਂ ਜਾਵਾਂਗੇ, ਮੋਦੀ ਸਾਡੇ ਨਾਲ ਜੋ ਵੀ ਮਰਜ਼ੀ ਕਰ ਲਵੇ। ਦੂਜਾ ਪ੍ਰਸ਼ਨ ਮੇਰਾ ਇਹ ਆ ਕਿ ਹਰੇਕ ਬੰਦਾ ਸਾਨੂੰ ਕਹਿੰਦਾ ਕਿ ਸਾਡੀ ਜਿੱਤ ਆ। ਉਹ ਯਾਰ, ਜਿੱਤ ਤਾਂ ਸਾਡੀ ਅਸੀਂ ਕਦਮ ਕਦਮ ਤੇ ਜਿੱਤ ਲਿਆ, ਕਦਮ ਕਦਮ ਤੇ ਅਸੀਂ ਜਿੱਤੇ ਪਏ ਆ। ਦੇਖੋ, ਅਸੀਂ ਇਹ ਨੈਸ਼ਨਲ ਹਾਈਵੇ, ਪਹਿਲਾਂ ਇਹਦਾ ਨਾਂ ਸੀ ਸ਼ੇਰਸ਼ਾਹ ਸੂਰੀ ਮਾਰਗ, ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਇਹ ਰੋਡ ਜਾਂਦਾ ਸੀਗਾ, ਇਹਦਾ ਨਾਂ ਸੀ ਸ਼ੇਰਸ਼ਾਹ ਸੂਰੀ ਮਾਰਗ। ਹੁਣ ਉਹਨੇ MHN ਪਤਾ ਨਹੀਂ ਕੀ ਰੱਖ ਦਿੱਤਾ, ਮੈਨੂੰ ਪਤਾ ਨਹੀਂ ਕੀ ਨਾਂ ਰੱਖਿਆ ਨਹੀਂ। ਅਸੀਂ ਉਸ ਇਹਦੀ ਦਿੱਲੀ ਦੀ ਹਿੱਕ ਦੇ ਉੱਤੇ ਆਪਣੇ ਮਕਾਨ ਛੱਤ ਲਏ ਆ, ਔਰ ਥੈਂ ਥੈਂ ਅਸੀਂ ਇਹਦਾ ਘੇਰਿਆ ਆ। ਦੂਜਾ ਮੈਸੇਜ ਸਾਡਾ ਇਹ ਆ, ਸਾਡੇ ਕਿਸਾਨ, ਹੁਣ ਸਾਡਾ ਸੰਸਦ ਲੱਗਦਾ ਦਿੱਲੀ ਦੇ ਵਿੱਚ ਜਾ ਕੇ, ਇਹਨੂੰ ਸ਼ਰਮ ਆਉਣੀ ਚਾਹੀਦੀ ਆ। ਉਹ ਰਾਜਾ ਆ, ਅਸੀਂ ਆ। ਜੋ ਵੀ ਸਾਨੂੰ ਕਦੀ ਅੱਤਵਾਦੀ ਕਹਿੰਦੇ ਆ, ਕਦੀ ਕੁਛ ਕਹਿੰਦੇ ਆ, ਸਾਨੂੰ ਕੁਛ ਕਹਿੰਦੇ ਆ, ਪਰ ਜਿਸਲੇ ਸਾਡੇ ਕਿਸਾਨ ਦਿੱਲੀ ਨੂੰ ਜਾਂਦੇ ਆ, ਇਹਦੇ 50 ਮੋਟਰਸਾਈਕਲ ਹੁੰਦੇ ਆ ਮੋਹਰੇ, ਔਰ 20 ਜਿਪਸੀਆਂ ਹੁੰਦੀਆਂ, ਇਹ 30,000
ਫੋਰਸ ਲਾਈਓ ਆ ਸਾਨੂੰ ਇਦਾਂ ਲਿਜਾਂਦੇ ਜਿੱਦਾਂ ਅਸੀਂ ਇਹਨਾਂ ਦੇ ਮਹਿਮਾਨ ਆਏ ਹਾਂ। ਅਸੀਂ ਟੌਰ ਨਾ ਜਾਂਦੇ ਆ ਔਰ ਆਪਣਾ ਸੰਸਦ ਅਸੀਂ ਆਪ ਲਾਉਨੇ ਆ। ਅਸੀਂ ਕਿਸੇ ਦੇ ਹਿੱਕ ਤੇ ਬੈਠ ਕੇ ਆਪਾਂ ਆਪਣਾ ਹੱਕ ਲੈਣਾ ਆ। ਕਿਸੇ ਦੀ ਨਜਾਇਜ਼ ਨਾ ਚੀਜ਼ ਲੈਣੀ ਆ ਤਾਂ ਨਾ ਸਾਨੂੰ ਚਾਹੀਦੀ। ਅਸੀਂ ਆਪਣਾ ਹੱਕ ਲੈ ਕੇ ਜਾਵਾਂਗੇ। ਅਸੀਂ ਕਿਸਾਨੀ ਸੰਸਦ ਦਾ ਅਸਰ ਤੁਹਾਨੂੰ ਕਿੰਨਾ ਕੁ ਦਿਖਾਈ ਦੇ ਰਿਹਾ ਸਰਕਾਰ ਤੇ? ਸੰਸਦ ਇਹਦਾ ਵਰਲਡ 'ਚ ਹੋ ਗਿਆ। ਵਰਲਡ ਦੇ ਵਿੱਚ ਇਹ ਪਹਿਲਾਂ ਕਹਿੰਦੇ ਸੀ ਕਿਸਾਨ ਅਨਪੜ੍ਹ ਆ, ਇਹਨਾਂ ਨੂੰ ਹੁਣ ਪਤਾ ਲੱਗ ਗਿਆ ਕਿਸਾਨ ਅਨਪੜ੍ਹ ਆ ਕਿ ਪੜ੍ਹੇ ਲਿਖੇ ਆ। ਗ੍ਰੈਜੂਏਸ਼ਨ ਹੈ ਸਾਡੇ ਬੱਚੇ। ਆ ਤੁਸੀਂ ਜੋ ਵੀ ਸਾਡਾ ਮਕਾਨ ਬਣਿਆ ਆ, ਅਸੀਂ ਇੱਕ ਵੀ ਮਿਸਤਰੀ ਨਹੀਂ ਲਾਇਆ। ਦੇਖੋ ਹਰੇਕ ਚੀਜ਼ ਸਾਡੀ ਗੁਣੀਆਂ 'ਚ ਬਣੀਓ ਆ। ਜੋ ਇਲੈਕਟ੍ਰੀਸ਼ੀਅਨ ਹੈ ਕਿਤੇ ਵੀ ਤੁਹਾਨੂੰ ਨੰਗਾ ਤਾਰ ਨਹੀਂ ਦਿਸੇਗੀ, ਬਹਿਰ ਨਹੀਂ ਦਿਸੀ, ਪ੍ਰੋਪਰ ਅਸੀਂ ਫਿਟਿੰਗ ਕੀਤੀ ਉਹ ਆ। ਸਾਡੇ ਤਾਂ ਨਿਆਣਿਆਂ ਨੂੰ ਜਹਾਜ਼ਾਂ ਦੇ ਪੁਰਜੇ ਲਿਆ ਕੇ ਦੇ ਦੇਣੇ ਤਾਂ ਜਹਾਜ਼ ਬਣਾ ਦੇਣ। ਇਹ ਸਾਰਾ ਕਿਸਾਨਾਂ ਨੇ ਕੀਤਾ? ਬਿਲਕੁਲ ਕਿਸਾਨਾਂ ਨੇ ਕੀਤਾ ਹੈ। ਇਹਦੇ ਵਿੱਚ ਕੋਈ ਰਾਜ ਮਿਸਤਰੀ ਨਹੀਂ ਸੀ। ਸਭ ਕੁਝ ਆਪਣੇ ਸਾਡੇ ਜਵਾਨਾਂ ਨੇ ਕੀਤਾ ਹੈ ਸਭ ਕੁਝ। ਸੋ ਦੇਖੋ ਕਿਸਾਨਾਂ ਵੱਲੋਂ ਜਿਹੜਾ ਖੁਦ ਇਹ ਬਣਾਇਆ ਗਿਆ, ਬੈਠੇ ਨੇ ਕਿਸਾਨ, ਹੋਰ ਵੀ ਉਹਨਾਂ ਨਾਲ ਗੱਲ ਕਰਦੇ ਆ। ਬਾਪੂ ਜੀ ਦਿਲ ਲੱਗਿਆ ਪੂਰਾ ਇੱਥੇ? ਪੂਰਾ ਜੀ ਪੂਰਾ ਦਿਲ ਲੱਗਾ। ਜਿੱਤ ਕੇ ਜਾਵਾਂਗੇ। ਲੜਾਈ ਜਿੰਨੀ ਮਰਜ਼ੀ ਲੰਮੀ ਹੋਈ ਜਾਰੀ ਰੱਖੋਗੇ? ਜਾਰੀ ਜੀ। ਹਮ ਪੱਕੇ ਬਣਾਏ ਇਸ ਕਰਕੇ ਆ। ਸੋ ਕਿਸਾਨ ਵੀ ਸਾਫ਼ ਤੌਰ ਤੇ ਕਹਿ ਰਹੇ ਕਿ ਪੱਕੇ ਘਰ ਬਣਾਏ ਨੇ, ਪੱਕੇ ਮੋਰਚੇ ਹੁਣ ਬਣਾ ਲਏ ਨੇ। ਲੜਾਈ ਜਿਹੜੀ ਹੈ ਉਹ ਜਾਰੀ ਰੱਖਣੀ ਹੈ ਤੇ ਜਿੱਤ ਕੇ ਜਿਹੜਾ ਇੱਥੋਂ ਲਾਜ਼ਮੀ ਤੌਰ ਤੇ ਵਾਪਸ ਜਿਹੜਾ ਜਾਣਾਗਾ। ਸੋ ਪ੍ਰਧਾਨ ਜੀ, ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਦੇ-ਕਦੇ ਕਿਸਾਨਾਂ ਬਾਰੇ ਸਾਹਮਣੇ ਆਉਂਦੀ ਹੈ ਕਿ ਮੀਨਾਕਸ਼ੀ ਲੇਖੀ ਭਾਜਪਾ ਦੀ ਰਾਜ ਮੰਤਰੀ ਹੈ, ਪਿਛਲੇ ਦਿਨੀ ਉਹਨਾਂ ਨੇ ਇੱਕ ਟਿੱਪਣੀ ਕਿਸਾਨਾਂ ਬਾਰੇ ਕੀਤੀ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਬੇਫਜ਼ੂਲ ਜਿਹੜੀ ਹੈ ਕਿਸਾਨ ਸੰਸਦ ਨੂੰ ਕਿਹਾ ਗਿਆ। ਇਸ ਬਿਆਨਬਾਜ਼ੀ ਬਾਰੇ ਤੁਸੀਂ ਜਿਹੜਾ ਉਹ ਕੀ ਕਹੋਗੇ? ਮੈਂ ਤਾਂ ਇਹ ਬੀਜੇਪੀ ਜਿਹੜੇ ਇਹਨਾਂ ਦੇ ਮੁੱਖ ਲੀਡਰ ਨਹੀਂ ਬਣਾਇਓ ਆ, ਮੈਂ ਤਾਂ ਇਹ ਕਹੂੰਗਾ ਇਹਨਾਂ ਦੇ ਦਿਮਾਗ ਦਾ ਇਲਾਜ ਕਰਾਉਣ ਸ਼ੁਰੂ ਕਰਨ। ਇਹਨਾਂ ਨੂੰ ਦਵਾਈ ਦਾਰੂ ਖਿਲਾਉਣ। ਇਹਨਾਂ ਦਾ ਜਿਹੜਾ ਦਿਮਾਗ ਆ ਉਹ ਖਰਾਬ ਹੋ ਚੁੱਕਾ ਆ। ਇਹਨਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਸੰਸਦ ਚੱਲਦਾ ਕਿ ਕਿਸਾਨਾਂ ਦਾ ਚੱਲਦਾ। ਇਹਨਾਂ ਦੀ ਜੋ ਬੋਲੀ ਆ ਉਹ ਬਿਲਕੁਲ ਅਸੀਂ ਇਹ ਪਸੰਦ ਨਹੀਂ ਕਰਦੇ। ਗੱਲ ਬੋਲਣਾ ਸਾਨੂੰ ਵੀ ਬਹੁਤ ਕੁਛ ਆਉਂਦਾ, ਪਰ ਇਹਨਾਂ ਦੇ ਦਿਮਾਗ ਦਾ ਫਰਕ ਪੈ ਗਿਆ ਆ। ਇਹਨਾਂ ਦੀ ਦਿਮਾਗ ਦੀ ਡਾਕਟਰੀ ਇਲਾਜ ਇਹਨਾਂ ਨੂੰ ਕਰਾਉਣਾ ਚਾਹੀਦਾ ਆ। ਕੁਝ ਲੋਕ ਇਹ ਟਿੱਪਣੀਆਂ ਕਰਦੇ ਨੇ ਕਿ ਕਿਸਾਨਾਂ ਵੱਲੋਂ ਵੱਡਾ ਪ੍ਰੋਗਰਾਮ ਜਿਹੜਾ ਉਹ ਨਹੀਂ ਦਿੱਤਾ ਜਾਂਦਾ, ਕਿ ਵੱਡਾ ਪ੍ਰੋਗਰਾਮ ਕਿਸਾਨ ਨਹੀਂ ਦੇ ਰਹੇ, ਨੌਜਵਾਨਾਂ ਨੂੰ ਨੁਮਾਇੰਦਗੀ ਨਹੀਂ ਦੇ ਰਹੇ, ਨੌਜਵਾਨਾਂ ਨੂੰ ਅਗਵਾਈ ਨਹੀਂ ਦੇ ਰਹੇ। ਤਾਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਆਉਂਦੀਆਂ ਨੇ ਸੋਸ਼ਲ ਮੀਡੀਆ ਤੇ, ਇਹਨਾਂ ਟਿੱਪਣੀਆਂ ਬਾਰੇ ਤੁਸੀਂ ਜਿਹੜਾ ਕੀ ਕਹੋਗੇ? ਦੇਖੋ ਜੋ ਹੁਣ ਇਹ ਮੋਰਚਾ ਚੱਲਦਾ ਹੈ ਨਾ, ਬਾਬੇ ਨਾਨਕ ਦੀ ਕਿਰਪਾ ਨਾਲ ਚੱਲਦਾ ਆ। ਜੇ ਜਾਂ ਕੋਈ ਸਾਡਾ ਆਗੂ ਕਹਿ ਦੇਵੇ ਕਿ ਮੈਂ ਚਲਾਉਂਦਾ, ਮਨ ਦਾ ਭੁਲੇਖਾ ਆ। ਜੇ ਮੈਂ ਕਹਿ ਦੇਵਾਂ ਕਿ ਲੰਗਰ ਮੈਂ ਚਲਾਉਣਾ, ਮੇਰੇ ਮਨ ਦਾ ਬੜਾ ਤਗੜਾ ਭੁਲੇਖਾ ਆ। ਇਹ ਮੈਂ ਤੁਹਾਡੇ ਨਾਲ ਪਹਿਲਾਂ ਵੀ ਬੈਠ ਕੇ ਵੀ ਜ਼ਿਕਰ ਕੀਤਾ। ਬਾਬੇ ਨਾਨਕ ਦੀ ਕਿਰਪਾ ਆ, ਉਹਦੀ ਕਿਰਪਾ ਨਾਲ ਚੱਲਦਾ ਆ। ਬਾਕੀ ਰਹਿ ਗਏ ਯੂਥ ਦੀ ਗੱਲ। ਹੁਣ ਸੰਸਦ ਚੱਲਦਾ ਆ, ਉਹ ਯੂਥ ਚਲਾਉਂਦਾ। ਉੱਥੇ ਜਾ ਕੇ ਦੇਖੋ, ਜਾ ਕੇ ਤੁਸੀਂ ਉਹ ਚੇਅਰਾਂ ਤੇ ਕੌਣ ਬਹਿੰਦੇ ਆ, ਉਹ ਕਿੰਨੀ ਏਜ ਆ ਉਹਨਾਂ ਦੀ, ਕਿਹੜੇ ਸਵਾਲ ਕਰਦੇ ਆ, ਸਭ ਕੁਝ ਕਰਦੇ ਆ। ਉਹ ਯੂਥ ਹੀ ਕਰਦਾ। ਸਾਡੇ ਬਜ਼ੁਰਗ ਜੋ ਸੀਗਾ, ਉਹ ਜੋਸ਼ ਆ ਯੂਥ ਦੇ ਵਿੱਚ ਔਰ ਹੋਸ਼ ਆ ਸਾਡੇ ਬਜ਼ੁਰਗਾਂ ਦੇ ਵਿੱਚ। ਬਿਲਕੁਲ ਤਾਲਮੇਲ ਨਾਲ ਸਾਡੇ ਗੱਡੀ ਚੱਲਦੀ ਆ। ਇਹਨਾਂ ਤਾਂ ਮੈਂ ਪਹਿਲਾਂ ਹੀ ਕਿਹਾ ਵੀ ਬੀਜੇਪੀ ਦਾ ਦਿਮਾਗ ਹਿੱਲ ਗਿਆ, ਇਹਨਾਂ ਨੂੰ ਇਲਾਜ ਕਰਾਉਣਾ ਚਾਹੀਦਾ। ਸਾਡੇ ਯੋਧੇ ਉਹ ਸਾਡੇ ਨਾਲ ਆ, ਸਾਡਾ ਯੂਥ ਸਾਡੇ ਨਾਲ ਆ। ਕੁਝ ਕਿਸਾਨ ਆਗੂਆਂ ਵੱਲੋਂ ਪਿਛਲੇ ਦਿਨੀ, ਖਾਸ ਕਰ ਇੱਕ ਕਿਸਾਨ ਆਗੂ ਵੱਲੋਂ ਪਿਛਲੇ ਦਿਨੀ ਟਿੱਪਣੀ ਕੀਤੀ ਗਈ ਤੇ ਕੁਝ ਹੋਰ ਲੋਕ ਵੀ ਨੇ, ਉਹ ਕਹਿ ਰਹੇ ਕਿ ਕਿਸਾਨਾਂ ਨੂੰ ਇਲੈਕਸ਼ਨ ਜਿਹੜੀ ਉਹ ਲੜਨੀ ਚਾਹੀਦੀ ਹੈ। ਮਿਸ਼ਨ ਪੰਜਾਬ ਦੀਆਂ ਗੱਲਾਂ ਵੀ ਹੋਈਆਂ, ਗੁਰਨਾਮ ਸਿੰਘ ਚੜੂਨੀ ਨੂੰ 7 ਦਿਨ ਲਈ ਮੁਅੱਤਲ ਵੀ ਕੀਤਾ ਗਿਆ। ਤਾਂ ਜਿਹੜੀ ਮਿਸ਼ਨ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੇ ਜੇ ਲੜਾਈ ਆਪਣੀ ਜਾਰੀ ਰੱਖਣੀ ਹੈ ਤਾਂ ਕਿਸਾਨ ਉਸ ਨਿਜ਼ਾਮ ਦੇ ਵਿੱਚ ਆ ਜਾਣ, ਫਿਰ ਆਪਣੇ ਹਿਸਾਬ ਦੇ ਨਾਲ ਕਾਨੂੰਨ ਤਬਦੀਲੀ ਜਿਹੜੀ ਉਹ ਕਰਨ। ਤੁਹਾਡੀ ਕੀ ਰਾਏ ਹੈ ਇਹਦੇ ਤੇ? ਦੇਖੋ ਉਹ ਜਿਹੜੀ ਰਾਜਨੀਤੀ ਆ ਨਾ, ਇੱਕ ਦਲ ਆ। ਅਸੀਂ ਪੱਧਰੇ ਸਾਫ਼ ਔਰ ਸੁਥਰੇ ਆ ਜਿੰਨੇ ਵੀ ਸਾਡੇ ਆਗੂ ਆ। ਸਾਨੂੰ ਰਾਜਨੀਤੀ ਜਦ ਜਾਣਾ ਪਊਗਾ ਅਸੀਂ ਜਾਵਾਂਗੇ ਵੀ, ਇਹ ਨਹੀਂ। ਪਰ ਹੁਣ ਜਿਹੜੇ ਸਾਡੇ 3 ਕਾਨੂੰਨਾਂ ਲਈ ਅਸੀਂ ਲੜਾਈ ਲੜਦੇ ਆ, ਅਸੀਂ 3 ਕਾਨੂੰਨ ਰੱਦ ਕਰਾਵਾਂਗੇ। ਔਰ ਬਾਕੀ ਰਹਿ ਗਈ ਇਲੈਕਸ਼ਨ ਦੀ ਗੱਲ, ਜੋ ਸੰਯੁਕਤ ਮੋਰਚਾ ਸਾਨੂੰ ਆਦੇਸ਼ ਕਰੂਗਾ ਉਹ ਤੇ ਆਪਾਂ ਐਨ ਪਹਿਰਾ ਦੇਵਾਂਗੇ ਠੋਕ ਕੇ। ਇਹ ਨਹੀਂ ਕਿ ਅਸੀਂ ਇਲੈਕਸ਼ਨ ਜਾਂ ਉੱਦਾਂ ਜਾਂ ਇੱਦਾਂ ਕੋਈ ਕਹਿੰਦੇ ਧਿਰ ਬਦਲਾਓ ਜਾਂ ਉੱਦਾਂ ਕਰੋ। ਪਰ ਸਾਨੂੰ ਹਜੇ ਜੋ ਆਪਣਾ ਆਦੇਸ਼ ਮਿਲੂਗਾ ਸੰਯੁਕਤ ਮੋਰਚੇ ਦਾ, ਉਹ ਤੇ ਪਹਿਰਾ ਦੇਵਾਂਗੇ। ਐਡੀ ਕੋਈ ਵੱਡੀ ਗੱਲ ਨਹੀਂ, ਸਭ ਕੁਝ ਹੋ ਜਾਊਗਾ ਸਭ ਕੁਝ। ਕਿਸਾਨਾਂ ਵੱਲੋਂ ਭਾਜਪਾ ਦੀ ਲੀਡਰਸ਼ਿਪ ਦੇ ਘਰਾਓ ਦੀ ਕਾਲ ਦਿੱਤੀ ਗਈ ਪੰਜਾਬ ਹਰਿਆਣਾ ਦੇ ਵਿੱਚ, ਉਹਦੇ ਸਾਰਥਿਕ ਨਤੀਜੇ ਵੀ ਲਾਜ਼ਮੀ ਤੌਰ ਤੇ ਦਿਖਾਈ ਦਿੱਤੇ ਨੇ। ਪਰ ਕੁਝ ਪਿੰਡਾਂ ਦੇ ਵਿੱਚ ਮੁਕੰਮਲ ਸਿਆਸੀ ਪਾਰਟੀਆਂ ਦਾ ਬਾਈਕਾਟ ਕਰ ਦਿੱਤਾ ਗਿਆ ਕਿ ਕਿਸੇ ਵੀ ਸਿਆਸੀ ਧਿਰ ਨੂੰ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਊਗਾ। ਤਾਂ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਉਹਨਾਂ ਪਿੰਡਾਂ ਬਾਰੇ? ਦੇਖੋ ਬੀਜੇਪੀ ਲਈ ਸੰਯੁਕਤ ਮੋਰਚੇ ਦਾ ਖਾਸ ਆਦੇਸ਼ ਆ, ਕਰੜੇ ਹੋ ਗਏ ਆਦੇਸ਼ ਆ ਕਿ ਬੀਜੇਪੀ ਸਰਕਾਰ ਦਾ ਬੰਦਾ ਕੋਈ ਵੀ ਸਾਡੇ ਪਿੰਡਾਂ 'ਚ ਨਹੀਂ ਵੜੂਗਾ। ਤੇ ਦੂਜੀ ਰਹਿ ਗਈ ਗੱਲ ਪਿੰਡਾਂ ਦੀ, ਉਹਦੇ ਵਿੱਚ ਜਿਹੜਾ ਸਾਡੇ ਪਿੰਡ ਭਾਈਚਾਰਾ ਆ, ਉਹਨਾਂ ਦੀ ਬੁੱਧੀ ਆ,
ਸਭ ਕੁਝ ਆ, ਉਹਨਾਂ ਨੂੰ ਦੀਦਾ ਹੀ ਆ ਕੀ ਕਰਨਾ ਕੀ ਨਹੀਂ ਕਰਨਾ। ਪਰ ਸੰਯੁਕਤ ਮੋਰਚੇ ਦੀ ਆ, ਬੀਜੇਪੀ ਲਈ ਆ, ਬਾਕੀ ਹੋਰ ਜਥੇਬੰਦੀਆਂ ਲਈ ਨਹੀਂ। ਪਰ ਉਹ ਜਿਹੜੇ ਪਿੰਡ ਦੇ ਲੋਕ ਆ ਉਹਨਾਂ ਨੂੰ ਤਾਂ ਦੀਦਾ ਹੈ ਨਾ ਬਾਕੀ ਪਾਰਟੀਆਂ ਸਾਡੇ ਲਈ ਕੀ ਕਰਦੀਆਂ ਆ। ਉਹ ਆਪਣੇ ਲੈਵਲ ਤੇ ਆਪਣਾ ਕੰਮ ਕਰਦੇ ਆ। ਪਰ ਸਾਰੀਆਂ ਪਾਰਟੀਆਂ ਦਾ ਘਰਾਓ ਕਰਨ ਦੀ ਥਾਂ ਤੇ ਜੇ ਮਤਲਬ ਲੀਡਰ ਨੂੰ ਸੱਥ 'ਚ ਖੜਾ ਕੇ ਸਵਾਲ ਜਵਾਬ ਕੀਤੇ ਜਾਣ, ਕਿ ਉਹ ਸਾਰਥਿਕ ਤਰੀਕਾ ਨਹੀਂ ਹੋ ਸਕਦਾ ਕਿ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰਨ ਦੀ ਥਾਂ ਤੇ? ਦੇਖੋ, ਪੰਜੇ ਉਂਗਲਾਂ ਬਰਾਬਰ ਨਹੀਂ। ਜੇ ਅਸੀਂ ਇਹ ਕੰਮ ਕਰਾਂਗੇ, ਉਹਨੂੰ ਚੌਂਕ 'ਚ ਖੜਾ ਕੇ ਉਹਨੂੰ ਪ੍ਰਸ਼ਨ ਕਰਾਂਗੇ, ਉਹ ਕੁਝ ਵੀ ਹੋ ਸਕਦਾ ਆ, ਹੈ ਨਾ ਜੀ। ਉਹਦੇ ਨਾਲੋਂ ਪਿੰਡਾਂ ਵਾਲਿਆਂ ਨੇ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਲਈ। ਉਹ ਅਸੀਂ ਪਿੰਡ 'ਚ ਨਹੀਂ ਆਉਣ ਦੇਣਾ, ਠੀਕ ਆ। ਇਹ ਛੋਟਾ ਸ਼ਬਦ ਆ, ਵੱਡੀ ਗੱਲ ਆ। ਜਿਸ ਕਲਾ ਦੇ ਕਰਕੇ ਅਮਰੂਦ ਖਾਣਾ ਢਿੱਡ ਤੋਂ ਅਮਰੂਦ ਜ਼ਰੂਰ ਖਾਣੇ ਆ। ਜਦ ਸਾਨੂੰ ਪਤਾ ਵੀ ਅਸੀਂ ਇਹ ਸਤਾ ਨੂੰ ਨਹੀਂ ਆਉਣ ਦੇਣਾ ਤਾਂ ਉਹਨੇ ਬਾਈਕਾਟ ਕਰ ਦਿੱਤਾ ਆ। ਬਾਕੀ ਜਿਹੜੇ ਪਿੰਡਾਂ ਦੇ ਲੋਕ ਆ ਉਹ ਸਮਝਦਾਰ ਆ, ਜੂਝ ਆ, ਸਭ ਕੁਝ ਉਹਨਾਂ ਨੂੰ ਪਤਾ ਆ। ਜਦੋਂ ਕਿਸਾਨਾਂ ਦੀ 11 ਗੇਟ ਦੀ ਗੱਲਬਾਤ ਹੋਈ ਸੀਗੀ ਕੇਂਦਰੀ ਮੰਤਰੀਆਂ ਦੇ ਨਾਲ, ਤਾਂ ਉਸ ਸਮੇਂ ਦੋ ਮੰਗਾਂ ਜਿਹੜੀਆਂ ਮੰਨੀਆਂ ਸੀਗੀਆਂ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ। ਇੱਕ ਤਾਂ ਪਰਾਲੀ ਵਾਲਾ ਕਾਨੂੰਨ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਇੰਪਲੀਮੈਂਟੇਸ਼ਨ ਇਹਦੀ ਨਹੀਂ ਕਰਾਂਗੇ। ਦੂਜਾ ਬਿਜਲੀ ਸੋਧ ਬਿੱਲ ਜਿਹੜਾ 2021 ਲਿਆਉਣ ਦੀ ਗੱਲ ਕਰ ਰਹੀ ਸੀ ਕੇਂਦਰ ਸਰਕਾਰ, ਤਾਂ ਉਹ ਵੀ ਕੇਂਦਰੀ ਮੰਤਰੀਆਂ ਨੇ ਮੰਨਿਆ ਸੀ ਕਿ ਅਸੀਂ ਨਹੀਂ ਲਿਆਵਾਂਗੇ। ਪਰ ਇਸ ਸਮੇਂ ਜਿਹੜਾ ਲੋਕ ਸਭਾ ਦਾ ਬਿਜ਼ਨਸ ਹੈ, ਸੰਸਦ ਦਾ ਬਿਜ਼ਨਸ ਹੈ, ਉਹਦੇ ਵਿੱਚ ਬਿਜਲੀ ਸੋਧ ਬਿੱਲ ਜਿਹੜਾ ਉਹ ਪਾਇਆ ਗਿਆ। ਦੇਖੋ, ਸਾਡੇ ਜੋ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਆ, ਉਹ ਅਸੀਂ 3 ਕਾਨੂੰਨ ਲਈ ਕਰ ਰਹੇ ਆ, ਜੋ ਸਾਨੂੰ ਬਿਨਾਂ ਮਤਲਬ ਦੇ ਸਾਡੇ ਥੋਪ ਦਿੱਤੇ ਗਏ ਆ। ਸਾਨੂੰ ਨਹੀਂ ਚਾਹੀਦੇ। ਜਿੱਦਣ ਅਸੀਂ ਇਹ ਜਿੱਤਾਂਗੇ ਦੁਬਾਰਾ ਫੇਰ ਆਣ ਕੇ ਬਹਿ ਜਾਵਾਂਗੇ, ਫੇਰ ਗੱਲ ਇਹਨਾਂ ਨਾਲ ਕਰਾਂਗੇ। ਹਜੇ ਸਾਡੇ ਜਿਹੜੇ 3 ਕਾਨੂੰਨ ਆ ਅਸੀਂ ਉਹਨਾਂ ਤੇ ਗੱਲ ਕਰਾਂਗੇ। ਕੋਈ ਬਿਜਲੀ ਵਾਲੇ ਤੇ ਕੋਈ ਪਰਾਲੀ ਵਾਲੇ ਤੇ ਉਹ ਸਾਨੂੰ ਫੁੱਲੀਆਂ ਪਾਉਂਦੇ, ਅਸੀਂ ਤਾਂ ਨਹੀਂ ਮੰਨਣ ਵਾਲੇ। ਜਿਹੜੇ ਸਾਡੇ 3 ਕਾਨੂੰਨ ਆ ਉਹ ਰੱਦ ਕਰਾਵਾਂਗੇ ਇਹਨਾਂ ਤੋਂ, ਉਹ ਬਾਕੀ ਫੇਰ ਇਹਨਾਂ ਨਾਲ ਲੜਾਂਗੇ ਅਸੀਂ। ਕੀ ਐਮਐਸਪੀ ਤੇ ਕਾਨੂੰਨੀ ਗਾਰੰਟੀ ਦੇਣ ਵਾਲੀ ਗੱਲ ਤੇ ਕਦੇ ਸਰਕਾਰ ਨੇ ਗੱਲਬਾਤ ਇਸ ਵਿਸ਼ੇ ਤੇ ਕੀਤੀ ਹੈ 11 ਗੇਟ ਦੀ ਗੱਲਬਾਤ ਦੌਰਾਨ? ਉਹ ਫਸ ਗਏ ਐਮਐਸਪੀ, ਔਰ ਦੂਜੀ ਕਹਾਣੀ ਤੇ ਫਸ ਗਏ ਉਹ ਆ ਵੀ ਹੁਣ ਅਸੀਂ ਕਰੀਏ ਕੀ। ਇਨੀ ਪਹਿਲਾਂ ਆਲੇ ਦੁਆਲੇ ਹੱਥ ਮਾਰਦੇ ਰਹੇ, ਇਨੀ ਹੁਣ ਨਾ ਸ਼ੇਰਾਂ ਦੇ ਜਵਾੜੇ 'ਚ ਹੱਥ ਪਾ ਲਿਆ ਵੀ ਸ਼ੇਰ ਕਦੀ ਛੱਡਦੇ ਨਹੀਂ। ਇਹਨਾਂ ਨੇ ਪੰਜਾਬ ਹਰਿਆਣੇ ਨਾਲ ਮੱਥਾ ਲਾ ਲਿਆ। ਇਹ ਹੁਣ ਨਹੀਂ ਜਾਣਾ ਕਿੱਥੇ ਆ। ਅਸੀਂ ਨਹੀਂ ਇਹ ਕਰਨਾ। ਅਸੀਂ ਤਾਂ 3 ਕਾਨੂੰਨ ਰੱਦ ਕਰਾ ਕੇ ਜਾਵਾਂਗੇ। ਬਾਕੀ ਅਸੀਂ ਆਪਣੇ ਲਈ ਤੇ ਜੋ ਕਰਨਾ ਅਸੀਂ ਕਰੇ ਰਹੇ ਹਾਂ। ਜਿੰਨਾ ਸਾਡਾ ਹਿੰਦੁਸਤਾਨ ਆ, ਅਸੀਂ ਜੋ ਸਾਰੇ ਲਈ ਕਾਨੂੰਨ ਇੱਕ ਕਾਨੂੰਨ ਹੋਊਗਾ, ਕੋਈ ਵੱਖਰਾ ਕਾਨੂੰਨ ਨਹੀਂ ਹੋਊਗਾ। ਜਿੱਥੇ ਵੀ ਹੋਊਗਾ ਸਾਰਿਆਂ ਦਾ ਇੱਕ ਕਾਨੂੰਨ ਹੋਊਗਾ। ਇੱਕ ਪਾਸੇ ਖੇਤੀਬਾੜੀ ਮੰਤਰੀ ਕਹਿੰਦੇ ਆ ਕਿ ਗੱਲਬਾਤ ਦੇ ਲਈ ਕਿਸਾਨਾਂ ਦੇ ਨਾਲ ਤਿਆਰ ਹੈ। ਉਸੇ ਸੱਤਾ ਧਿਰ ਦੇ ਦੂਜੇ ਲੀਡਰ ਕਹਿੰਦੇ ਆ ਕਿ ਇਹ ਕਿਸਾਨ ਹੀ ਨਹੀਂ ਹੈ, ਇਹ ਵਿਰੋਧੀ ਪਾਰਟੀਆਂ ਵੱਲੋਂ ਸਿਖਾ ਕੇ ਬਿਠਾਏ ਹੋਏ ਨੇ। ਵਿਰੋਧੀ ਪਾਰਟੀਆਂ 2024 ਦੇ ਵਿੱਚ ਭਾਜਪਾ ਦਾ ਨੁਕਸਾਨ ਕਰਨਾ ਚਾਹੁੰਦੀਆਂ ਨੇ, ਤਾਂ ਕਰਕੇ ਅੰਦੋਲਨ ਜਿਹੜਾ ਉਹ ਚਲਾਇਆ ਜਾ ਰਿਹਾ ਹੈ। ਤਾਂ ਕਿਸਾਨਾਂ ਨੂੰ ਫਿਰ ਲਿਜਾਂਦੇ ਕਾਹਤੇ ਸੰਸਦ ਲਾਉਣ ਨੂੰ? ਜੇ ਅਸੀਂ ਕਿਸਾਨ ਨਹੀਂ ਅੱਤਵਾਦੀ ਆ ਤਾਂ ਸਾਨੂੰ ਸਿਕਿਉਰਿਟੀ ਕਿਉਂ ਦਿੰਦੇ ਆ ਇਹ? ਜੇ ਅਸੀਂ ਅੱਤਵਾਦੀ ਆ ਜਾਂ ਕੁਝ ਹੋਰ ਇਹਨਾਂ ਨੂੰ ਨਜ਼ਰ ਆਉਂਦਾ ਵੀ ਸਾਨੂੰ ਇੰਨੀ ਵੱਡੀ ਸਿਕਿਉਰਿਟੀ ਕਿਉਂ ਦਿੰਦੇ ਆ? 30,000 ਬੰਦਾ ਨਹੀਂ ਆਪਣੀ ਸਿਕਿਉਰਿਟੀ ਦਾ ਲਾ ਆ। ਸਾਨੂੰ ਜੇ ਕਿਸਾਨ ਹੀ ਨਹੀਂ ਮੰਨਦੇ ਤਾਂ ਦੂਜੇ ਪਾਸੇ ਸਾਨੂੰ ਸਭ ਕੁਝ ਦੇ ਕੇ ਸਾਨੂੰ ਅੰਦਰ ਸੰਸਦ ਸਾਡਾ ਲਾਉਂਦੇ ਆ। ਤਾਂ ਇਹਨਾਂ ਦਾ ਦਿਮਾਗ, ਮੈਂ ਤਾਂ ਫੇਰ ਉਹੀ ਗੱਲ ਆ ਗਈ ਵੀ ਇਹਨਾਂ ਨੂੰ ਆਪਣੇ ਦਿਮਾਗ ਦੇ ਆਪ ਇਲਾਜ ਕਰਾਉਣਾ ਚਾਹੀਦਾ ਆ। ਸੋ ਕਿਸਾਨ ਲੀਡਰ ਲਗਾਤਾਰ ਗੱਲ ਕਰ ਰਹੇ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਤੇ ਸੰਘਰਸ਼ ਨੂੰ ਲੈ ਕੇ ਵੀ, ਤੇ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਇਹ 3 ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਜਿਹੜਾ ਹੈਗਾ ਉਹਨਾਂ ਦਾ ਲਗਾਤਾਰ ਜਾਰੀ ਰਹੇਗਾ, ਕਾਨੂੰਨ ਰੱਦ ਕਰਾਉਣ ਤੱਕ ਜਾਰੀ ਰਹੇਗਾ। ਤੇ ਇਸ ਤੋਂ ਬਾਅਦ ਵੀ ਜਿਹੜੀ ਲੜਾਈ ਹੈ ਉਹ ਬੇਸ਼ੱਕ ਪਰਾਲੀ ਵਾਲਾ ਬਿੱਲ ਹੋਵੇ ਜਾਂ ਬਿਜਲੀ ਸੋਧ ਬਿੱਲ ਹੋਵੇ, ਉਸ ਨੂੰ ਲੈ ਕੇ ਵੀ ਜਾਰੀ ਜਿਹੜੀ ਉਹ ਲਾਜ਼ਮੀ ਤੌਰ ਤੇ ਰਹੇਗੀ। ਸੋ ਇੱਕ ਵਾਰੀ ਫਿਰ ਤੋਂ ਆਪਾਂ ਨਜ਼ਰ ਮਾਰ ਲਈਏ ਕੈਂਪ ਦੇ ਉੱਪਰ ਕਿ ਰਾਤ ਦੀ ਰੋਟੀ ਦਾ ਪ੍ਰਬੰਧ ਜਿਹੜਾ ਉਹ ਕਿਸਾਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਲਾਜ਼ਮੀ ਤੌਰ ਤੇ ਗੰਢੇ ਪਿਆਜ਼ ਜਿਹੜੇ ਉਹ ਛਿੱਲੇ ਜਾ ਰਹੇ ਨੇ, ਦਾਲ ਸਬਜ਼ੀ ਦਾਲ ਫੁਲਕਾ ਜਿਹੜਾ ਹੈ ਬਣਾਇਆ ਜਾਊਗਾ ਲਾਜ਼ਮੀ ਤੌਰ ਤੇ। ਸੋ ਬਾਬਾ ਜੀ, ਪ੍ਰਬੰਧਾਂ ਤੋਂ ਖੁਸ਼ ਹੋ ਇੱਥੇ? ਹਾਂਜੀ ਹਾਂਜੀ ਬਕਾਇਦਾ ਵਧੀਆ ਪ੍ਰਬੰਧ ਕੀਤੇ ਗਏ ਨੇ? ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਇੱਥੇ ਬਾਬਾ ਜੀ ਇਕੱਠੇ ਹੋ, ਗੱਲਬਾਤ ਹੁੰਦੀ ਆ, ਸਾਥ ਵਾਲਾ ਮਾਹੌਲ ਵੀ ਨਾਲੋਂ ਨਾਲ ਬਣਿਆ ਹੋਇਆ ਹੈਗਾ। ਤੇ ਜਦੋਂ ਪਿੰਡ ਜਾਓਗੇ ਦਿਲ ਲੱਗ ਜੂਗਾ ਕਿ ਮੋਰਚਾ ਯਾਦ ਆਊਗਾ ਵਾਰੀ-ਵਾਰੀ ਜਿੱਤ ਕੇ ਜਦੋਂ ਪਿੰਡ ਜਾਓਗੇ? ਮੋਰਚਾ ਹੀ ਚਾਹ ਜਾਊਗਾ ਜੀ। ਮੋਰਚੇ ਵਿੱਚ ਬਹੁਤ ਵਧੀਆ ਜੀ, ਪਿੰਡਾਂ ਨਾਲ ਵੀ ਵਧੀਆ, ਬਹੁਤ ਐਕਸ਼ਨ। ਕਿ ਪੂਰਾ ਜੀ ਇੱਥੇ ਲੱਗਿਆ ਹੋਇਆ? ਬਿਲਕੁਲ ਜੀ, ਬਿਲਕੁਲ। ਦੇਖੋ, ਲਾਜ਼ਮੀ ਤੌਰ ਤੇ ਕਿਸਾਨਾਂ ਦਾ ਪੂਰਾ ਦਿਲ ਜਿਹੜਾ ਇੱਥੇ ਲੱਗਿਆ ਹੋਇਆ ਹੈਗਾ। ਗੱਲਬਾਤ ਬੈਠ ਕੇ ਕਰਦੇ ਨੇ, ਲਾਜ਼ਮੀ ਤੌਰ ਤੇ तमाम ਮਸਲਿਆਂ ਤੇ ਗੱਲਬਾਤ ਜਿਹੜੀ ਹੁੰਦੀ ਹੈਗੀ। ਸੋ ਕਿਸਾਨਾਂ ਦੀ ਲੜਾਈ ਜਿਹੜੀ ਹੈ 3 ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਹੈ। ਕਿਸਾਨ ਆਗੂਆਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ। ਲਾਜ਼ਮੀ ਤੌਰ ਤੇ ਕੈਂਪ ਦਾ ਮਾਹੌਲ ਵੀ ਦੇਖਿਆ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਉਹ ਕਿਸਾਨਾਂ ਵੱਲੋਂ ਕੀਤੇ ਗਏ ਨੇ ਲੰਮੀ ਲੜਾਈ ਦੇ ਚੱਲਦਿਆਂ। ਤਾਂ ਲਾਜ਼ਮੀ ਤੌਰ ਤੇ ਕਿਸਾਨ ਸਾਫ਼ ਕਰ ਚੁੱਕੇ ਨੇ ਕਿ ਇਸ ਤੋਂ ਬਾਅਦ ਵੀ ਪ੍ਰੋਗਰਾਮ ਜਿਹੜੇ ਉਹ ਦਿੱਤੇ ਜਾਣਗੇ। ਕਿਸਾਨ ਮੋਰਚਾ ਇਕਜੁੱਟ ਹੈ, 3 ਖੇਤੀ ਕਾਨੂੰਨਾਂ ਨੂੰ ਲੈ ਕੇ ਲੜਾਈ ਲੜ ਰਿਹਾ ਹੈ।
ਤੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਲੜਾਈ ਜਿਹੜੀ ਉਹ ਜਾਰੀ ਰੱਖੀ ਜਾਊਗੀ ਤੇ ਮੋਰਚਾ ਜਿੱਤਣ ਤੋਂ ਬਾਅਦ 3 ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਹੀ ਪੰਜਾਬ ਨੂੰ ਚਾਲੇ ਜਿਹੜੇ ਉਹ ਪਾਏ ਜਾਣਗੇ।